ਇਹਨਾਂ ਮਹਾਪੰਚਾਇਤਾਂ ਦਾ ਜਾਂ ਜਿੱਥੇ ਚੋਣਾਂ ਹੋ ਰਹੀਆਂ ਨੇ ਉਹਨਾਂ ਵਿੱਚ ਜਾਣ ਦਾ ਮਕਸਦ ਇੱਕੋ ਹੀ ਹੈ ਕਿ ਬੀਜੇਪੀ ਪਾਰਟੀ ਔਰ ਬੀਜੇਪੀ ਦੀ ਸਰਕਾਰ ਇਹਨੂੰ ਜਿੱਥੇ ਵੀ ਚੋਣ ਹੁੰਦੀ ਹੈ ਇੱਕ ਤਾਂ ਸਬਕ ਨੂੰ ਸਿਖਾਇਆ ਜਾਏ। ਇਹਦੀ ਜਿਹੜਾ ਪੋਲੀਟੀਕਲ ਸ਼ਾਖ ਹੈ ਲੋਕਾਂ ਦੇ ਵਿੱਚ ਉਹਨੂੰ ਖੋਰਾ ਲੱਗੇ ਔਰ ਮੈਂ ਕਹਾਂਗਾ ਇਹਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਵੀ ਲੋਕ ਆਪ ਮੁਹਾਰੇ 2-2 4-4 ਇੱਕਦਮ ਖੜਨਾ ਇੱਕ ਆ ਕੇ ਤੇ ਬੈਚ ਦੇਖ ਕੇ ਅੱਛਾ ਜੀ ਤੁਸੀਂ ਆਪ ਐਜੀਟੇਸ਼ਨ ਵਾਲੇ ਹੋ ਹਮਕੋ ਇਹ ਬੈਚ ਚਾਹੀਏ। ਤਾਂ ਮੈਂ ਇਸ ਤੋਂ ਅੰਦਾਜ਼ਾ ਲੱਭ ਜੇ ਯੂਪੀ ਵਰਗੀ ਸਟੇਟ ਦੇ ਵਿੱਚ ਜਿਹੜਾ ਬੀਜੇਪੀ ਦਾ ਇੱਕ ਬੇਸ ਸਟੇਟ ਹੈ ਉਹਦੇ ਵਿੱਚ ਲੋਕਾਂ ਦੇ ਵਿੱਚ ਗੁੱਸਾ ਰੋਹ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਦੇਸ਼ ਦਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦਾ ਜਦੋਂ ਸਿਆਸੀ ਨੁਕਸਾਨ ਹੋਵੇ ਉਹਦਾ ਵੋਟ ਬੈਂਕ ਖੁਰੇ ਇਸ ਤੋਂ ਵੱਡਾ ਉਸ ਲਈ ਖਤਰਨਾਕ ਹੋਰ ਕੋਈ ਨਹੀਂ ਹੋ ਸਕਦਾ ਹੈ। ਇਹ ਕਿਸਾਨ ਐਜੀਟੇਸ਼ਨ ਸਭ ਤੋਂ ਵੱਡਾ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵਾਟਰਲੂ ਇਹ ਬੀਜੇਪੀ ਲਈ ਸਾਬਤ ਹੋਣਾ ਹੈ। ਸਰਕਾਰ ਨੂੰ ਗਲਤਫਹਿਮੀ ਇਹ ਹੈ ਬਈ ਕਿਸਾਨ ਹੁਣ ਸ਼ਾਇਦ ਵੀ ਹਾਰਵੈਸਟਿੰਗ ਦਾ ਸਮਾਂ ਆ ਗਿਆ ਗਰਮੀ ਆ ਗਈ ਇੱਥੇ ਚਲੇ ਜਾਣਗੇ ਇਹ ਹੈ ਪਰ ਇਹ ਗਲਤਫਹਿਮੀ ਹੈ ਉਸ ਦੀ ਕਿਉਂਕਿ ਕਿਸਾਨ ਤਾਂ ਸਰਦੀ 'ਚ ਵੀ ਬੈਠੇ ਬਾਰਿਸ਼ 'ਚ ਵੀ ਬੈਠੇ ਸਾਰਾ ਕੁਝ ਲੰਘਿਆ ਇਹ ਤਾਂ ਬੜੇ ਪੱਕੇ ਨਿਸ਼ਚੇ ਨਾਲ ਬੈਠੇ ਨੇ। ਸਰਦੀ ਔਖੀ ਹੁੰਦੀ ਹੈ ਗਰਮੀ ਸਾਨੂੰ ਕੋਈ ਔਖੀ ਨਹੀਂ ਹੈ ਕਣਕ ਦਾ ਕੰਮ ਵੀ ਹੋ ਜਾਣਾ ਹੈ। ਤੁਹਾਡੇ ਤੇ ਬਹੁਤ ਸਾਰੇ ਆਗੂਆਂ ਤੇ ਪਰਚੇ ਤੱਕ ਹੋਏ ਕਈ ਚੀਜ਼ਾਂ ਵਾਪਰੀਆਂ ਪਰ ਇਸ ਵੇਲੇ ਉਹਨਾਂ ਕੋਲੇ ਇੱਕ ਹਥਿਆਰ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰ ਹੈਗਾ ਉਹ ਹੈਗਾ ਕਰੋਨਾ ਵਰਗਾ ਹਥਿਆਰ। ਅਸੀਂ ਖੁੱਲ੍ਹ ਕੇ ਉਹਨਾਂ ਦੀ ਉਲੰਘਣਾ ਕਰਾਂਗੇ ਅਸੀਂ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਇਹ ਸ਼ਹੀਨ ਬਾਗ ਨਹੀਂ। ਮੋਰਚੇ ਵਾਸਤੇ ਇਸ ਲਾਹੇਵੰਦ ਹੋਊਗਾ ਨੁਕਸਾਨਦੇਹ ਹੋਊਗਾ ਜਾਂ ਇਹਦੇ ਤੇ ਤੁਹਾਡਾ ਕੀ ਕਮੈਂਟ ਹੈ? ਸਾਨੂੰ ਕਿਸੇ ਕਿਸਮ ਦੀ ਕਰੋਨਾ ਦੀ ਆੜ ਦੇ ਵਿੱਚ ਸਰਕਾਰ ਐਡੇ ਵੱਡੇ ਵਰਲਡ ਲੈਵਲ ਦੇ ਮੋਰਚੇ ਨੂੰ ਫੇਲ ਨਹੀਂ ਕਰ ਸਕਦੀ। ਸਤਿ ਸ਼੍ਰੀ ਅਕਾਲ ਤੁਸੀਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਰਵੀ ਸੰਗਰਾਹੂਰ ਪੰਜਾਬ ਦੇ ਸਮੇਤ ਹਰਿਆਣਾ ਔਰ ਕਈ ਅਜਿਹੇ ਸੂਬੇ ਜਿੱਥੇ ਮਹਾਪੰਚਾਇਤਾਂ ਚੱਲ ਰਹੀਆਂ ਔਰ ਨਾਲ ਬੈਂਗਲੌਰ ਦੇ ਵਿੱਚ ਸਾਡੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਗਏ ਕੰਪੇਨਿੰਗ ਸੀ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਸੀ ਕਿ ਭਾਜਪਾ ਨੇ ਸਾਡੇ ਨਾਲ ਧੱਕਾ ਕੀਤਾ ਹੈ ਕਿਸਾਨ ਮਜ਼ਦੂਰ ਦੇ ਨਾਲ ਧੱਕਾ ਕੀਤਾ ਹਰ ਇੱਕ ਵਰਗ ਦੇ ਨਾਲ ਧੱਕਾ ਕੀਤਾ ਤੇ ਇਸ ਕਰਕੇ ਤੁਸੀਂ ਘੱਟੋ ਘੱਟ ਭਾਜਪਾ ਨੂੰ ਅਵੋਇਡ ਕਰੋ ਜਾਨੀ ਭਾਜਪਾ ਨੂੰ ਵੋਟ ਨਾ ਪਾਓ। ਤੇ ਉਧਰ ਮਹਾਪੰਚਾਇਤਾਂ ਤੇ ਇਧਰ ਬੈਂਗਲੌਰ ਦੇ ਵਿੱਚ ਕੀਤੀ ਗਈ ਕੰਪੇਨਿੰਗ ਇਹਨਾਂ ਦੋਵਾਂ ਦਾ ਰਲਾ ਮਿਲਾ ਕੇ ਕਿਸਾਨ ਅੰਦੋਲਨ ਨੂੰ ਕਿੰਨਾ ਕੁ ਬੈਨੀਫਿਟ ਹੋ ਰਿਹਾ ਹੈ ਕਿਸਾਨ ਅੰਦੋਲਨ ਨੂੰ ਕਿੰਨਾ ਕੁ ਬਲ ਮਿਲ ਰਿਹਾ ਹੈ। ਸਾਡੇ ਨਾਲ ਪ੍ਰੇਮ ਸਿੰਘ ਭੰਗੂ ਜੀ ਹੈ ਲੀਗਲ ਸੈੱਲ ਦੇ ਕਨਵੀਨਰ ਵੀ ਨੇ ਉਹ ਵੀ ਅਸੀਂ ਜਾਣਕਾਰੀ ਲਵਾਂਗੇ ਕਿ ਹੁਣ ਤੱਕ ਕੀ ਜਿਹੜਾ ਅਪਡੇਟ ਹੈਗਾ। ਭੰਗੂ ਸਾਹਿਬ ਸਵਾਗਤ ਹੈ ਜੀ। ਮਿਹਰਬਾਨੀ ਸਰ ਸਭ ਤੋਂ ਪਹਿਲਾਂ ਤਾਂ ਜੇ ਮੈਂ ਗੱਲ ਕੀਤੀ ਕਿ ਇੱਕ ਪਾਸੇ ਮਹਾਪੰਚਾਇਤਾਂ ਤੇ ਦੂਜੇ ਪਾਸੇ ਬੈਂਗਲੌਰ ਦੀ ਜਿਹੜੀ ਕੰਪੇਨਿੰਗ ਕੀਤੀ ਸੀ ਕਿੰਨਾ ਕੁ ਲੱਗਦਾ ਹੈ ਕਿ ਅਸੀਂ ਕਾਮਯਾਬ ਹੋਏ ਆ ਇਹ ਸਾਰਾ ਲਾਮਬੰਦੀ ਕਰਨ ਦੇ ਵਿੱਚ ਵੀ ਔਰ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਦੇ ਵਿੱਚ? ਦੇਖੋ ਬਹੁਤ ਵੱਡੀ ਸਾਨੂੰ ਕਾਮਯਾਬੀ ਦੇਸ਼ ਦੇ ਵਿੱਚ ਮਿਲ ਰਹੀ ਹੈ। ਪੰਜਾਬ ਤੋਂ ਅੰਦੋਲਨ ਸ਼ੁਰੂ ਹੋ ਕੇ ਅੱਜ ਦੇਸ਼ ਦੇ ਹਰ ਸੂਬੇ ਤੱਕ ਅੰਦੋਲਨ ਫੈਲ ਗਿਆ। ਇਹਨਾਂ ਮਹਾਪੰਚਾਇਤਾਂ ਦਾ ਜਾਂ ਜਿੱਥੇ ਚੋਣਾਂ ਹੋ ਰਹੀਆਂ ਨੇ ਉਹਨਾਂ ਵਿੱਚ ਜਾਣ ਦਾ ਮਕਸਦ ਇੱਕੋ ਹੀ ਹੈ ਕਿ ਅਸੀਂ ਇੱਕ ਸੁਨੇਹਾ ਦੇਸ਼ ਦੇ ਲੋਕਾਂ ਨੂੰ ਇਹ ਦੇ ਰਹੇ ਹਾਂ ਕਿ ਬੀਜੇਪੀ ਪਾਰਟੀ ਔਰ ਬੀਜੇਪੀ ਦੀ ਸਰਕਾਰ ਜਿਹੜੀ ਦੇਸ਼ ਦੇ ਲੋਕਾਂ ਦੀ ਮੈਂ ਕਹਾਂਗਾ ਵੀ ਦੁਸ਼ਮਣ ਸਰਕਾਰ ਹੈ ਔਰ ਲੋਕ ਵਿਰੋਧੀ ਸਰਕਾਰ ਹੈ ਲੋਕ ਵਿਰੋਧੀ ਫੈਸਲੇ ਕਰ ਰਹੀ ਹੈ ਤਾਂ ਇਹਨੂੰ ਜਿੱਥੇ ਵੀ ਚੋਣ ਹੁੰਦੀ ਹੈ ਇੱਕ ਤਾਂ ਸਬਕ ਨੂੰ ਸਿਖਾਇਆ ਜਾਏ। ਇਹਨੂੰ ਵੋਟ ਨਾ ਪਾਈ ਜਾਵੇ ਇਹਨੂੰ ਹਰਾਓ ਇੱਕ ਤੋਂ। ਦੂਜਾ ਇਹਦੀ ਜਿਹੜਾ ਪੋਲੀਟੀਕਲ ਸ਼ਾਖ ਹੈ ਲੋਕਾਂ ਦੇ ਵਿੱਚ ਉਹਨੂੰ ਖੋਰਾ ਲੱਗੇ ਔਰ ਮੈਂ ਕਹਾਂਗਾ ਇਹਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਯੂਪੀ ਜਿਹੜਾ ਸਭ ਤੋਂ ਵੱਡਾ ਸੂਬਾ ਹੈ ਹਿੰਦੀ ਹਾਰਟਲੈਂਡ ਹੈ ਔਰ ਬੀਜੇਪੀ ਉਸ ਨੂੰ ਬਹੁਤ ਵੱਡਾ ਬੇਸ ਦਾ ਏਰੀਆ ਸਮਝਦੀ ਹੈ ਆਪਣਾ ਤਾਂ ਯੂਪੀ ਦੇ ਵਿੱਚ ਵੀ ਜਿੰਨੀਆਂ ਮਹਾਪੰਚਾਇਤਾਂ ਹੋਣੀਆਂ ਸ਼ੁਰੂ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਲੋਕਾਂ ਦਾ ਗੁੱਸਾ ਬੀਜੇਪੀ ਖਿਲਾਫ ਬਹੁਤ ਜ਼ਿਆਦਾ ਹੈ। ਮੈਂ ਕੱਲ ਬੁਲੰਦ ਸ਼ਹਿਰ ਦੇ ਨੇੜੇ ਬੀਬੀ ਨਗਰ ਹੈ ਉੱਥੇ ਬਹੁਤ ਵੱਡੀ ਮਹਾਪੰਚਾਇਤ ਸੀ ਉੱਥੇ ਬੋਲਣ ਗਿਆ ਤਾਂ ਮੈਨੂੰ ਹੈਰਾਨੀ ਹੋਈ ਵੀ 2-3 ਥਾਵਾਂ ਤੇ ਜਿੱਥੇ ਅਸੀਂ ਰੁਕੇ ਚੌਕਾਂ ਦੇ ਵੀ ਪੁੱਛਣ ਲਈ ਵੀ ਲੋਕ ਆਪ ਮੁਹਾਰੇ 2-2 4-4 ਇੱਕਦਮ ਖੜਨਾ ਇੱਕ ਆ ਕੇ ਤੇ ਬੈਚ ਦੇਖ ਕੇ ਅੱਛਾ ਜੀ ਤੁਸੀਂ ਆਪ ਐਜੀਟੇਸ਼ਨ ਵਾਲੇ ਹੋ ਹਮਕੋ ਇਹ ਬੈਚ ਚਾਹੀਏ ਔਰ ਉੱਥੇ ਜੋ ਇਕੱਠ ਦੇਖਿਆ ਜਾ ਕੇ ਲੋਕਾਂ ਦੇ ਵਿੱਚ ਜੋਸ਼ ਉਹ ਤਾਂ ਲਾਮਿਸਾਲ ਸੀ। ਤਾਂ ਮੈਂ ਇਸ ਤੋਂ ਅੰਦਾਜ਼ਾ ਲੱਭ ਜੇ ਯੂਪੀ ਵਰਗੀ ਸਟੇਟ ਦੇ ਵਿੱਚ ਜਿਹੜਾ ਬੀਜੇਪੀ ਦਾ ਇੱਕ ਬੇਸ ਸਟੇਟ ਹੈ ਉਹਦੇ ਵਿੱਚ
ਲੋਕਾਂ ਦੇ ਵਿੱਚ ਗੁੱਸਾ ਔਰ ਰੋਹ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਦੇਸ਼ ਦਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਿੱਥੇ ਇਲੈਕਸ਼ਨਾਂ ਹੋ ਰਹੀਆਂ, ਭਾਵੇਂ ਸ਼ੁਰੂ ਦੇ ਵਿੱਚ ਬੀਜੇਪੀ ਦੇ ਥੋੜੇ ਬਹੁਤ ਇਕੱਠ ਹੋਏ, ਵੈਸਟ ਬੰਗਾਲ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ। ਜਦੋਂ ਸੰਯੁਕਤ ਮੋਰਚਾ ਉੱਥੇ ਪਹੁੰਚਿਆ, ਸਾਡੇ ਕਿਸਾਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ, ਕੁਝ ਰੈਲੀਆਂ ਕੀਤੀਆਂ, ਤਾਂ ਬੀਜੇਪੀ ਦੇ ਇਕੱਠ ਬਹੁਤ ਪਤਲੇ ਹੋ ਗਏ, ਹਲਕੇ ਹੋਏ ਨਹੀਂ, ਉਸ ਤੋਂ ਬਾਅਦ ਹੋਏ ਨਹੀਂ। ਇਸ ਕਰਕੇ ਮੈਂ ਸਮਝਦਾ ਵੀ ਇਸ ਮੋਰਚੇ ਦੀ ਭਾਵੇਂ ਲੰਬਾ ਹੋ ਰਿਹਾ, ਕਈ ਕਹਿੰਦੇ ਨੇ ਮੋਰਚਾ ਲੰਬਾ ਹੋ ਗਿਆ ਜੀ, ਸਰਕਾਰ ਗੱਲਬਾਤ ਤਾਂ ਹੁਣ ਕਰਦੀ ਨਹੀਂ ਹੈ, ਉਹ ਨਾ ਕਰੇ, ਸਾਨੂੰ ਕੋਈ ਬਹੁਤੀ ਕਾਹਲੀ ਵੀ ਨਹੀਂ, ਨਾ ਕਰੇ। ਅਸੀਂ ਤਾਂ ਪੱਕੇ ਪੈਰੀ ਇੱਥੇ ਬੈਠੇ ਹਾਂ, 10 ਦਿਨ ਨੂੰ ਸਾਡੀ ਕਣਕ ਦੀ ਕਟਾਈ ਹੋਈ ਨੇ, ਇੱਥੇ ਬੈਠਾਂਗੇ। ਪਰ ਸਾਡੀ ਇਹ ਪ੍ਰਾਪਤੀ ਜ਼ਰੂਰ ਹੈ ਕਿ ਸਾਡਾ ਮੋਰਚਾ ਦੇਸ਼ ਦੇ ਹਰ ਕੋਨੇ ਤੱਕ ਫੈਲ ਗਿਆ। ਸਾਡੇ ਮੋਰਚੇ ਨੇ ਬੀਜੇਪੀ ਦਾ ਸਿਆਸੀ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਡੇ ਮੋਰਚੇ ਨੇ ਬੀਜੇਪੀ ਦੇ ਅੰਦਰ ਬਗਾਵਤੀ ਸੁਰਾਂ ਜਿਹੜੀਆਂ ਉਤਪੰਨ ਹੋਣੀਆਂ ਸ਼ੁਰੂ ਹੋ ਗਈਆਂ ਇਸ ਦੀ ਬਦੌਲਤ। ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੈ। ਕਿਸੇ ਵੀ ਪਾਰਟੀ ਦਾ ਜਦੋਂ ਸਿਆਸੀ ਨੁਕਸਾਨ ਹੋਵੇ, ਉਹਦਾ ਵੋਟ ਬੈਂਕ ਖੁਰੇ, ਇਸ ਤੋਂ ਵੱਡਾ ਉਸ ਲਈ ਖਤਰਨਾਕ ਹੋਰ ਕੋਈ ਨਹੀਂ ਹੋ ਸਕਦਾ ਹੈ। ਇਹ ਕਿਸਾਨ ਐਜੀਟੇਸ਼ਨ ਸਭ ਤੋਂ ਵੱਡਾ, ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵਾਟਰਲੂ, ਇਹ ਬੀਜੇਪੀ ਲਈ ਸਾਬਤ ਹੋਣਾ ਹੈ। 2024 ਦੀ ਇਲੈਕਸ਼ਨ ਦੇ ਵਿੱਚ ਜੇ ਕਿਸਾਨੀ ਮੁੱਦੇ ਆ ਜਿਹੜੇ, ਇਹਨਾਂ ਨੂੰ ਹੱਲ ਨਾ ਕੀਤਾ, ਔਰ ਅੱਜ ਕਿਉਂਕਿ ਚਰਚਾ ਸਾਰੇ ਦੇਸ਼ 'ਚ ਕਿਸਾਨੀ ਮੁੱਦਿਆਂ ਦੇ ਉੱਪਰ, ਖੇਤੀਬਾੜੀ ਦੇ ਉੱਪਰ, ਕਿਸਾਨ ਐਜੀਟੇਸ਼ਨ ਤੇ ਹੁੰਦੀ ਹੈ, ਹੋਰ ਕਿਸੇ ਚੀਜ਼ ਦੇ ਉੱਪਰ ਚਰਚਾ ਹੁੰਦੀ ਨਹੀਂ। ਸੋ ਦੇਸ਼ ਦਾ ਨੈਰੇਟਿਵ ਕਿਸਾਨਾਂ ਨੇ ਬਦਲ ਕੇ ਰੱਖ ਦਿੱਤਾ। ਸਰ ਦੇਖੋ, ਅਧਿਕਾਰਤ ਤੌਰ ਤੇ ਨਾ ਤਾਂ ਕੇਂਦਰ ਸਰਕਾਰ ਦਾ ਤੁਹਾਨੂੰ ਕੋਈ ਚਿੱਠੀ ਪੱਤਰ ਆਇਆ, ਨਾ ਕੋਈ ਗੱਲਬਾਤ ਇਸ ਤਰ੍ਹਾਂ ਦੀ ਕਿ ਡੈਡਲੌਕ ਟੁੱਟਣ ਵਰਗੀ ਸਥਿਤੀ ਸਰਕਾਰ ਸ਼ਾਇਦ ਪੈਦਾ ਕਰ ਰਹੀ ਹੈ। ਜਾਣੀ ਇਹ ਹਾਲੇ ਤੱਕ ਵੱਡਾ ਸਵਾਲ ਲੋਕਾਂ ਦੇ ਵਿੱਚ ਵੀ ਹੈ ਕਿ ਗੱਲਬਾਤ ਟੁੱਟੀ ਹੋਈ ਹੈ। ਤੁਹਾਨੂੰ ਸਿੱਧੇ ਤੌਰ ਤੇ ਆਪਾਂ ਨੂੰ ਸਮਝ ਆਉਂਦਾ ਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਨੈਗੇਟਿਵਿਟੀ ਦੀ ਜ਼ਰੂਰ ਜਾਂਦੀ ਹੈ ਕਿ ਅਸੀਂ ਇੰਨੇ ਐਫਰਟ ਕਰ ਰਹੇ ਹਾਂ ਜੀ, ਸਾਡੇ ਸਰਕਾਰ ਤੱਕ ਤਾਂ ਕੋਈ ਗੱਲ ਪਹੁੰਚ ਨਹੀਂ ਰਹੀ। ਇਹ ਕਿਵੇਂ ਸਮਝਾਵਾਂਗੇ ਕਿ ਸਰਕਾਰ ਨੂੰ ਫਰਕ ਪੈ ਰਿਹਾ? ਕਿ ਅਣਅਧਿਕਾਰਤ ਤੌਰ ਤੇ ਕੋਈ ਗੱਲਬਾਤ ਕਿਸੇ ਲੀਡਰ ਦੀ, ਕੇਂਦਰ ਸਰਕਾਰ ਦੇ ਕਿਸੇ ਵੀ ਲੀਡਰ ਨਾਲ ਜਾਂ ਨੁਮਾਇੰਦੇ ਨਾਲ ਕਦੇ ਹੁੰਦੀ ਹੈ ਕਿ ਹਾਂ ਅਸੀਂ ਗੱਲਬਾਤ ਕਰਾਂਗੇ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸੁਨੇਹਾ? ਦੇਖੋ, ਲਗਭਗ 2 ਮਹੀਨੇ ਦਾ ਸਮਾਂ ਹੋ ਗਿਆ ਡੈਡਲੌਕ ਹੋਏ ਨੂੰ। ਉਦੋਂ ਜ਼ਰੂਰ ਜਦੋਂ ਗੱਲਬਾਤ ਹੁੰਦੀ ਸੀ, ਕੋਈ ਹਰ ਰੋਜ਼ ਬਹਿਸ ਹੁੰਦੀ ਸੀ, ਕੋਈ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਸੀ, ਪਰ 2 ਮਹੀਨੇ ਤਾਂ ਬਿਲਕੁਲ ਸਟੇਲਮੇਟ ਬਣਿਆ ਹੋਇਆ, ਇੰਪਾਸ ਬਣਿਆ, ਜਿਹਨੂੰ ਕਹਿੰਦੇ ਵੀ ਟੁੱਟ ਨਹੀਂ ਰਿਹਾ। ਤਾਂ ਇਹ ਟੁੱਟਣ ਲਈ ਸਾਡੇ ਵੱਲੋਂ ਤਾਂ ਯਤਨ ਕਰਨਾ, ਮੇਰਾ ਖਿਆਲ ਹੈ ਵੀ ਕੋਈ ਬਹੁਤਾ ਕਾਰਗਰ ਸਾਬਤ ਨਹੀਂ ਹੋ ਸਕਦਾ। ਜਿਸ ਸਰਕਾਰ ਨੇ ਕਾਨੂੰਨ ਬਣਾਏ ਨੇ ਤਾਂ ਉਹਨਾਂ ਹੀ ਉਹ ਰੱਦ ਕਰਨੇ ਨੇ, ਜਾਂ ਉਹਨਾਂ ਨੇ ਉਹਦਾ ਸੋਲਿਊਸ਼ਨ ਕਰਨਾ ਹੈ। ਜੇ ਉਧਰੋਂ ਕੋਈ ਇਨੀਸ਼ੀਏਟਿਵ ਆਵੇ ਤਾਂ ਲਾਜ਼ਮੀ ਅਸੀਂ ਉਸ ਨੂੰ ਆਪਣਾ ਡਿਸਕਸ ਕਰੀਏ, ਗੱਲਬਾਤ ਲਈ ਜਾਈਏ। ਉਧਰੋਂ ਇਨੀਸ਼ੀਏਟਿਵ ਕੋਈ ਆ ਨਹੀਂ ਰਿਹਾ। ਸਰਕਾਰ ਪਤਾ ਨਹੀਂ ਕੀ ਸੋਚਦੀ ਹੈ ਜੇ, ਜਾਂ ਤਾਂ ਸਰਕਾਰ ਨੂੰ ਗਲਤਫਹਿਮੀ ਇਹ ਹੈ ਬਈ ਕਿਸਾਨ ਹੁਣ ਸ਼ਾਇਦ ਵੀ ਹਾਰਵੈਸਟਿੰਗ ਦਾ ਸਮਾਂ ਆ ਗਿਆ, ਗਰਮੀ ਆ ਗਈ, ਇੱਥੇ ਚਲੇ ਜਾਣਗੇ, ਇਹ ਹੈ। ਪਰ ਇਹ ਗਲਤਫਹਿਮੀ ਹੈ ਇਸਦੀ, ਕਿਉਂਕਿ ਕਿਸਾਨ ਤਾਂ ਸਰਦੀ 'ਚ ਵੀ ਬੈਠੇ, ਬਾਰਿਸ਼ 'ਚ ਵੀ ਬੈਠੇ, ਸਾਰਾ ਕੁਝ ਲੰਘਿਆ। ਇਹ ਤਾਂ ਬੜੇ ਪੱਕੇ ਨਿਸ਼ਚੇ ਨਾਲ ਬੈਠੇ ਨੇ। ਸਰਦੀ ਔਖੀ ਹੁੰਦੀ ਹੈ, ਗਰਮੀ ਸਾਨੂੰ ਕੋਈ ਔਖੀ ਨਹੀਂ ਹੈ, ਕਣਕ ਦਾ ਕੰਮ ਵੀ ਹੋ ਜਾਣਾ ਹੈ। ਸੋ ਇਹ ਅਸੀਂ ਤਾਂ ਦ੍ਰਿੜ ਇਰਾਦੇ ਨਾਲ ਲੜਾਈ ਲੜ ਰਹੇ ਹਾਂ। ਸਰਕਾਰ ਵੱਲੋਂ ਪਹਿਲ ਕਦਮੀ ਕਰਨੀ ਚਾਹੀਦੀ ਉਹਨਾਂ ਨੂੰ। ਸਰਕਾਰਾਂ ਬਹੁਤ ਲੰਬਾ ਸਮਾਂ ਆਪਣੇ ਹੀ ਲੋਕ, ਜਿਹੜੇ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਗੱਦੀ 'ਤੇ ਬਿਠਾਉਂਦੇ ਨੇ, ਜੇ ਉਹਨਾਂ ਨੂੰ ਇਸ ਕਿਸਮ ਦਾ ਟਰੀਟਮੈਂਟ ਲੰਬਾ ਸਮਾਂ ਕਰਨ, ਤਾਂ ਮੈਂ ਕਹਿੰਦਾ ਵੀ ਸਰਕਾਰਾਂ ਨੂੰ ਆਪਣੇ ਆਪ ਹੀ ਸੋਚਣਾ ਚਾਹੀਦਾ। ਆਪਣੀ ਰਾਜਾ ਜੇ ਆਪਣੀ ਪ੍ਰਜਾ ਦਾ ਧਿਆਨ ਨਾ ਰੱਖੇ ਤਾਂ ਫਿਰ ਰਾਜਾ ਕੀ ਹੋਇਆ? ਉਹ ਕਾਨੂੰਨ ਗਲਤ ਵੀ ਬਣ ਜਾਂਦੇ ਨੇ, ਠੀਕ ਵੀ ਬਣ ਜਾਂਦੇ ਨੇ, ਪਰ ਬਣਾਏ ਉਹਨਾਂ ਨੇ। ਜੇ ਕੋਈ ਗਲਤੀ ਹੋਈ, ਗਲਤੀ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ। ਉਹ ਇਸ ਲਈ ਮੈਂ ਸਮਝਦਾ ਵੀ ਇਹ ਬਹੁਤ ਲੇਟ ਹੋ ਰਿਹਾ। ਔਰ ਲੇਟ ਹੋਣ 'ਚ ਮੈਂ ਜਿਵੇਂ ਪਹਿਲਾਂ ਹੀ ਬੇਨਤੀ ਕੀਤੀ, ਲੇਟ ਹੋਣ 'ਚ ਸਾਨੂੰ ਕੋਈ ਨਹੀਂ, ਵੀ ਸਾਡਾ ਕੋਈ ਨੁਕਸਾਨ ਨਹੀਂ ਹੋ ਰਿਹਾ। ਅਸੀਂ ਤਾਂ ਐਜੀਟੇਸ਼ਨ ਕਰ ਰਹੇ ਹਾਂ, ਐਜੀਟੇਸ਼ਨ ਕਰੀ ਜਾਣਾ ਹੈ। ਲੋਕ ਤਾਂ ਆਜ਼ਾਦੀ ਲੜਾਈ ਲਈ ਸਾਲਾਂ ਬੱਧੀ ਲੋਕ ਲੜਦੇ ਰਹੇ ਸੀ, ਤਾਂ ਆਜ਼ਾਦੀ ਕਦੋਂ ਮਿਲੀ ਸੀ? ਅਸੀਂ ਤਾਂ ਲੜੇ ਅਜੇ 4-5 ਮਹੀਨੇ ਆ ਸਾਰੇ। ਸੋ ਸਾਡਾ ਤਾਂ ਗਰਾਊਂਡ ਤਿਆਰ ਹੋ ਰਿਹਾ, ਲੋਕ ਤਿਆਰ ਹੋ ਰਹੇ ਆ, ਇੱਕ ਇੱਕ ਕਰਕੇ ਸਾਡੇ ਨਾਲ ਰਲ ਰਹੇ ਆ। ਸੋ ਇਹਦੇ ਵਿੱਚ ਜੇ ਦੇਰੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਸਰਕਾਰਾਂ ਦਾ ਲਾਜ਼ਮੀ ਨੁਕਸਾਨ ਹੋਣਾ ਹੈ। ਸਰਕਾਰਾਂ ਨੂੰ ਕਿਉਂਕਿ ਵੋਟਾਂ ਚਾਹੀਦੀਆਂ ਹੁੰਦੀਆਂ ਨੇ। ਜੇ ਪਬਲਿਕ ਮੂਵਮੈਂਟ ਬਣ ਜਾਂਦੀ ਹੈ, ਉਹ ਹੌਲੀ ਹੌਲੀ ਲੋਕ ਰਾਏ ਇੱਕ ਸਰਕਾਰ ਦੇ ਖਿਲਾਫ ਬਣੇ, ਤਾਂ ਵੋਟਾਂ 'ਚ ਭਾਰੀ ਨੁਕਸਾਨ ਹੋਏਗਾ ਉਸ ਨੂੰ। ਇਸ ਕਰਕੇ ਜੇ ਸਰਕਾਰਾਂ ਨੇ ਇਸ ਨੂੰ ਸਾਂਭਣਾ ਵੀ ਗਰਾਊਂਡ ਦੇ ਥੱਲੇ ਨਾ ਖਿਸਕੇ, ਤਾਂ ਉਹ ਜਲਦੀ ਗੱਲਬਾਤ ਲਈ ਬੁਲਾਉਣ ਕਿਸਾਨਾਂ ਨੂੰ, ਔਰ ਡਿਸਕਸ਼ਨ ਕਰਕੇ, ਕੋਈ ਗੱਲਬਾਤ ਕਰਕੇ, ਕੋਈ ਜਿਹੜਾ ਐਮੀਕੇਬਲ ਸੋਲਿਊਸ਼ਨ ਹੈ, ਜਿਹੜਾ ਦੋਵਾਂ ਨੂੰ ਐਕਸੈਪਟੇਬਲ ਹੋਵੇ, ਉਹਨੂੰ ਜਲਦੀ ਕੱਢਣ। ਕਿਉਂਕਿ ਐਜੀਟੇਸ਼ਨ ਇਸ ਤਰ੍ਹਾਂ ਦਾ ਹੁੰਦੀ ਨਹੀਂ, ਕੋਈ ਐਜੀਟੇਸ਼ਨ ਇਹੋ ਜਿਹੀ ਨਹੀਂ ਵੀ ਜਿਹਦਾ ਕੋਈ ਸੋਲਿਊਸ਼ਨ ਨਹੀਂ ਹੋਇਆ। ਕੋਈ ਪ੍ਰੋਬਲਮ ਐਸੀ ਨਹੀਂ ਦਾ ਸੋਲਿਊਸ਼ਨ ਨਹੀਂ। ਸੋਲਿਊਸ਼ਨ ਹਰ ਪ੍ਰੋਬਲਮ ਦਾ ਹੈ, ਟੇਬਲ ਤੇ ਬੈਠ ਕੇ ਹੁੰਦਾ। ਉਹ ਲੇਟ ਹੋਵੇ, ਪਹਿਲਾਂ ਹੋਵੇ, ਟਾਈਮ ਲੱਗ ਸਕਦਾ, ਪਰ ਸੋਲਿਊਸ਼ਨ ਹੁੰਦਾ।
ਇਸ ਲਈ ਅਸੀਂ ਉਹਦੀ ਵੇਟ ਕਰ ਰਹੇ ਹਾਂ। ਇਨੀਸ਼ੀਏਟਿਵ ਸਰਕਾਰਾਂ ਵੱਲੋਂ ਹੋਣਾ ਹੈ, ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ ਜਦ ਵੀ ਬੁਲਾਉਣਗੇ ਸਾਨੂੰ ਉਹ। ਮੰਗੂ ਸਾਹਿਬ ਦੇਖੋ, ਬਹੁਤ ਵਾਰ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਕਿ ਅੰਦੋਲਨ ਨੂੰ ਖਿਦੇੜ ਦਈਏ, ਤੁਹਾਡੇ ਤੇ ਬਹੁਤ ਸਾਰੇ ਆਗੂਆਂ ਤੇ ਪਰਚੇ ਤੱਕ ਹੋਏ, ਕਈ ਚੀਜ਼ਾਂ ਵਾਪਰੀਆਂ, ਪਰ ਇਸ ਵੇਲੇ ਉਹਨਾਂ ਕੋਲੇ ਇੱਕ ਹਥਿਆਰ ਮੈਨੂੰ ਲੱਗਦਾ ਹੈ ਕਿ ਜ਼ਰੂਰ ਹੈਗਾ, ਉਹ ਹੈਗਾ ਕਰੋਨਾ ਵਰਗਾ ਹਥਿਆਰ। ਕਿ ਦੇਖੋ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੀਆਂ ਹਦਾਇਤਾਂ ਜਾਰੀ ਕਰਤੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਕੇਂਦਰ ਸਰਕਾਰ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗਾਂ 'ਚ ਬੈਠਣ ਲੱਗ ਗਏ ਕਰੋਨਾ ਦੇ ਵਿਸ਼ੇ ਨੂੰ ਲੈ ਕੇ। ਤੇ ਇਸ ਵੇਲੇ ਜਿੱਥੇ ਆਪਾਂ ਬੈਠੇ ਹਾਂ, ਸਿੰਘੂ ਦੀ ਸਟੇਜ ਹੈ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਹੈ, ਬਿਲਕੁਲ ਸਰਾਣੇ ਹਰਿਆਣੇ ਦੇ ਸੋਨੀਪਤ ਦੇ ਐਡਮਿਨਿਸਟ੍ਰੇਸ਼ਨ ਨੇ, ਉਹਨਾਂ ਦੇ ਰੈੱਡ ਕਰਾਸ ਨੇ ਡਾਕਟਰ ਬਿਠਾਤੇ ਕਿ ਵੈਕਸੀਨੇਸ਼ਨ ਕਰਨੀ ਹੈ ਅਸੀਂ ਸਾਰਿਆਂ ਦੀ। ਇਹਨੂੰ ਕਿਵੇਂ ਦੇਖਦੇ ਹੋ? ਕਿ ਮੋਰਚੇ ਵਾਸਤੇ ਇਸ ਲਾਹੇਵੰਦ ਹੋਊਗਾ, ਨੁਕਸਾਨਦੇਹ ਹੋਊਗਾ, ਜਾਂ ਇਹਦੇ ਤੇ ਤੁਹਾਡਾ ਕੀ ਕਮੈਂਟ ਹੈ? ਦੇਖੋ, ਕੰਪਲਸਰੀ ਜਾਂ ਡਿਕਟੇਟ ਕਰਕੇ ਕੋਈ ਵੀ ਚੀਜ਼ ਹੋਵੇ ਉਹਨੂੰ ਲੋਕ ਕਦੇ ਪ੍ਰਵਾਨ ਨਹੀਂ ਕਰਦੇ। ਜੇ ਹੁਣ ਆਪਾਂ ਕਹੀਏ ਵੀ ਪਿਛਲੇ ਸਾਲ ਜੋ ਨਵੰਬਰ ਆ, ਪਿਛਲਾ ਸਾਲ ਮਾਰਚ ਜਦੋਂ ਕਰੋਨਾ ਸ਼ੁਰੂ ਹੋਇਆ, ਵੀ ਉਹ ਹਾਲਾਤ ਨੇ, ਉਹ ਹਾਲਾਤ ਹੈ ਨਹੀਂ। ਹਾਲਾਤ ਬਿਲਕੁਲ ਡਿਫਰੈਂਟ ਨੇ, ਇੱਕੋ ਹੀ ਹਾਲਾਤ ਹਮੇਸ਼ਾ ਨਹੀਂ ਰਹਿੰਦੇ। ਤਾਂ ਸਰਕਾਰ ਜੋ ਕੁਝ ਪਿਛਲੇ ਫਰਵਰੀ, ਮਾਰਚ, ਅਪ੍ਰੈਲ 'ਚ ਕਰ ਪਾਈ ਹੈ ਨਾ, ਲੋਕਾਂ ਨੂੰ ਬੰਦ ਕਰਕੇ ਲੰਬਾ ਸਮਾਂ, ਤਾਂ ਹੁਣ ਸਰਕਾਰਾਂ ਉਸ ਤਰ੍ਹਾਂ ਨਹੀਂ ਕਰ ਸਕਦੀਆਂ। ਜੇ ਕਰਨਗੀਆਂ ਤਾਂ ਇਹ ਬਹੁਤ ਵੱਡੀ, ਮੈਂ ਕਹੂੰਗਾ, ਬਗਾਵਤ। ਲੋਕ ਉਸ ਦੀ ਉਲੰਘਣਾ ਕਰਨਗੇ, ਰੋਕ ਨਹੀਂ ਸਕਣਗੇ, ਔਰ ਉਹਨਾਂ ਨੂੰ ਇਸ ਦਾ ਜਿਹੜਾ ਸਿਆਸੀ ਨੁਕਸਾਨ ਵੀ ਹੋਏਗਾ, ਭਾਵੇਂ ਉਹ ਕੇਂਦਰ ਸਰਕਾਰ ਹੋਵੇ, ਪੰਜਾਬ ਸਰਕਾਰ ਹੋਵੇ। ਦੂਜੀ ਰਹੀ ਕਰੋਨਾ ਦੀ ਗੱਲ, ਕਰੋਨਾ ਲਈ ਇੱਥੇ ਲੋਕ ਬੈਠੇ ਨੇ, ਹੁਣ 4 ਮਹੀਨਿਆਂ ਤੋਂ ਬੈਠੇ ਹਾਂ ਅਸੀਂ, 4 ਮਹੀਨਿਆਂ ਤੋਂ ਕਿਸੇ ਨੇ ਕਰੋਨਾ ਨੂੰ ਸਤਾਇਆ ਨਹੀਂ ਹੈ। ਲੋਕਾਂ ਦੇ ਵਿੱਚ ਇੱਕ ਆਪਣੀ ਰੈਜ਼ਿਸਟੈਂਸ ਬਣੀ ਹੋਈ ਹੈ, ਜਿਹਨੂੰ ਕਹਿੰਦੇ ਆ ਹਰਡ ਇਮਿਊਨਿਟੀ, ਉਹ ਬਣ ਜਾਂਦੀ ਹੈ। ਅਸੀਂ ਤਾਂ ਸਖਤ ਹਾਲਤਾਂ 'ਚ ਬੈਠੇ ਹਾਂ, ਇੱਥੇ ਗਰਮੀ ਨੂੰ ਵੀ ਸਾਹਮਣਾ ਕਰਨਾ ਤੇ ਸਰਦੀ ਦਾ ਵੀ ਕਰਨਾ। ਰੋਜ਼ਾਨਾ ਕਿੰਨੀ ਕਿੰਨੀ ਮਿੱਟੀ ਸਾਡੇ ਅੰਦਰ ਜਾਂਦੀ ਹੈ, ਖਾਣੇ ਦੇ ਵਿੱਚ ਵੀ ਜਾਂਦੀ ਹੈ। ਇਹ ਸਾਰੀ ਚੀਜ਼ਾਂ ਰੈਜ਼ਿਸਟੈਂਸ ਪੈਦਾ ਕਰਦੀਆਂ ਬਾਡੀ 'ਚ, ਜਿਹਨੂੰ ਇਮਿਊਨਿਟੀ ਕਿਹਾ ਜਾਂਦਾ ਹੈ। ਇਹਨਾਂ ਕਿਸਾਨਾਂ 'ਚ ਇਮਿਊਨਿਟੀ ਬਹੁਤ ਹੈ। ਜੇ ਕਿਸੇ ਨੂੰ ਕਰੋਨਾ ਹੋਇਆ, ਕੋਈ ਖਾਂਸੀ ਜ਼ੁਕਾਮ ਨੋਰਮਲ ਹੈ, ਹਾਂ ਪਿੰਡਾਂ 'ਚ ਆਉਂਦਾ, ਉਹ ਹੋ ਕੇ ਲੰਘ ਜਾਂਦਾ, ਇੱਥੇ ਕੋਈ ਐਸੀ ਗੱਲ ਨਹੀਂ ਹੈ। ਸੋ ਐਸੀ ਕੋਈ ਕੰਪੇਨ ਸਰਕਾਰ ਵੱਲੋਂ ਕਰਨੀ ਕਿ ਇਹਨਾਂ ਦੀ ਟੈਸਟਿੰਗ ਕਰੋ, ਇਹਨਾਂ ਨੂੰ ਜ਼ਬਰਦਸਤੀ ਇੰਜੈਕਸ਼ਨ ਲਾਓ, ਉਹ ਗਲਤ ਹੈ। ਮੈਡੀਕਲ ਟ੍ਰੀਟਮੈਂਟ ਇੱਕ ਆਪਸ਼ਨਲ ਹੈ। ਇਹ ਹਰ ਬੰਦੇ ਨੇ ਸਿਹਤ ਦਾ ਧਿਆਨ ਆਪ ਰੱਖਣਾ ਹੈ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਸਿਹਤ ਪਿਆਰੀ ਹੈ, ਇਹ ਉਹਨਾਂ ਦੇਖਣਾ ਹੈ। ਜੇ ਉਹਨੂੰ ਮਹਿਸੂਸ ਹੁੰਦਾ ਹੈ, ਉਹ ਜਿੱਥੇ ਮਰਜ਼ੀ ਜਾਵੇ, ਜੋ ਮਰਜ਼ੀ ਟ੍ਰੀਟਮੈਂਟ ਕਰਵਾਏ, ਲਵਾਉਣਾ ਲਵਾਵੇ, ਨਹੀਂ ਲਾਉਣਾ ਸਾਹਿਬ ਕਿਤੇ ਇਸ਼ਾਰਾ ਤਾਂ ਨਹੀਂ ਗਾ? ਕਿਉਂਕਿ ਜਿੱਥੇ ਬੈਠੇ ਆ, ਆਪਾਂ ਬੈਠੇ ਆ ਇਸ ਵੇਲੇ, ਇਹ ਵੀ ਹਰਿਆਣੇ ਦੀ ਲੈਂਡ ਆ, ਹਰਿਆਣਾ ਸਰਕਾਰ ਦੇ ਅੰਡਰ ਆਉਂਦੀ ਲੈਂਡ ਆ ਇਹ। ਕਿਤੇ ਇਹ ਸ਼ੁਰੂਆਤ ਤਾਂ ਨਹੀਂ ਹੈਗੀ? ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਪੰਜਾਬ ਦੇ ਵੱਲੋਂ ਸੰਕੇਤ ਹੈ ਕਿ ਅਸੀਂ ਵੀ ਲੋਕਡਾਊਨ ਲਾ ਸਕਦੇ ਹਾਂ, ਨਾਈਟ ਕਰਫਿਊ ਚੱਲ ਪਿਆ, ਫਿਰ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉਧਰ ਕੇਜਰੀਵਾਲ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹ ਲੋਕਡਾਊਨ ਲਾ ਦਿੰਦੇ ਆ। ਕੀ ਜੇ ਐਦਾਂ ਦੀ ਸਥਿਤੀ ਬਣਦੀ ਹੈ ਕਿ ਮੋਰਚੇ ਦੇ ਵੱਲੋਂ ਤਿਆਰੀ ਹੈਗੀ ਆ ਇਹਨਾਂ ਚੀਜ਼ਾਂ ਦੇ ਨਾਲ ਨਜਿੱਠਣ ਦੇ ਲਈ? ਕਿਉਂਕਿ ਪ੍ਰਵੋਕ ਕੀਤਾ ਵੀ ਜਾ ਸਕਦਾ। ਮੋਰਚਾ ਬਿਲਕੁਲ ਤਿਆਰ ਹੈ। ਅਸੀਂ ਜਿਸ ਕਿਸਮ ਦੀ ਮਰਜ਼ੀ ਉਹ ਰਿਸਟ੍ਰਿਕਸ਼ਨ ਲਾਉਣ, ਜਿਸ ਕਿਸਮ ਦੀ ਮਰਜ਼ੀ ਬੰਦਸ਼ਾਂ ਲਾਉਣ, ਅਸੀਂ ਖੁੱਲ੍ਹ ਕੇ ਉਹਨਾਂ ਦੀ ਉਲੰਘਣਾ ਕਰਾਂਗੇ। ਅਸੀਂ ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਇਹ ਸ਼ਹੀਨ ਬਾਗ ਨਹੀਂ ਵੀ ਸ਼ਹੀਨ ਬਾਗ ਜਿਸ ਤਰ੍ਹਾਂ ਕਰੋਨਾ ਦਾ ਬਹਾਨਾ ਲੈ ਕੇ ਉੱਥੇ ਧਰਨਾ ਠਾਲ ਦੇਣਗੇ। ਇਹ ਪੱਕੇ ਸਟਰਕਚਰ ਲੈ ਕੇ 15 ਕਿਲੋਮੀਟਰ ਦੇ ਕਿਸਾਨ ਜਿਹੜੇ ਬੈਠੇ ਤਨ ਮਨ ਧਨ ਨਾਲ ਆਪਣਾ ਘਰ-ਬਾਰ ਛੱਡ ਕੇ, ਇਹ ਕਿਸੇ ਇਹੋ ਜਿਹੀ ਗੱਲ ਦੇ ਵਿੱਚ ਮੋਰਚਾ ਛੱਡ ਕੇ ਜਾਣ ਵਾਲੇ ਨਹੀਂ ਹੈ, ਨਾ ਲੀਡਰ ਇੱਥੋਂ ਜਾਣ ਵਾਲੇ ਨੇ। ਸਾਨੂੰ ਕੋਈ ਕਰੋਨਾ ਡਰ ਨਹੀਂ, ਨਾ ਸਰਕਾਰ ਦੇ ਉਸ ਦੇ ਵਿੱਚ ਆਉਣਾ ਹੈ ਅਸੀਂ। ਸੋ ਇਹ ਮੋਰਚੇ ਨਿਰੰਤਰ ਚੱਲਦੇ ਰਹਿਣਗੇ। ਸਰਕਾਰ ਲਾਕਡਾਊਨ ਕਰੇ, ਜੋ ਮਰਜ਼ੀ ਕਰੇ, ਸਾਡੇ ਮੋਰਚਿਆਂ ਦਾ ਕੋਈ ਫਰਕ ਹੋਣ ਵਾਲਾ ਨਹੀਂ ਹੈ। ਸਰਕਾਰ ਜੇ ਕੋਈ ਸਖਤੀ ਕਰੇਗੀ, ਉਹਦਾ ਜਵਾਬ ਵੀ ਅਸੀਂ ਪੀਸਫੁਲ ਢੰਗ ਨਾਲ ਦੇਵਾਂਗੇ। ਪਹਿਲਾਂ ਵੀ ਇਹ ਬੜਾ ਕੁਝ ਮੋਰਚੇ ਨੂੰ ਠਾਲਣ ਲਈ ਇੱਥੇ ਬੜੀਆਂ ਸੜਕ ਦੇ ਬੈਰੀਕੇਡ ਲਾ ਕੇ, ਇੰਟਰਨੈਟ ਬੰਦ ਕਰਕੇ, ਤੁਹਾਡੇ ਖਿਲਾਫ ਵੀ ਮੁਕੱਦਮੇ ਦਰਜ ਕਰਕੇ, ਹੋਰਾਂ ਦੇ ਖਿਲਾਫ ਵੀ ਬੜਾ ਕੁਝ ਜ਼ਬਰ ਫੈਲਾਇਆ, ਪਰ ਮੋਰਚਾ ਤਾਂ ਕਿਤੇ ਨਹੀਂ ਗਿਆ। ਮੋਰਚਾ ਜ਼ਿਆਦਾ ਪੱਕੇ ਪੈਰੀਂ ਹੋਇਆ। 26 ਨੂੰ ਵੀ ਉਹ ਸਰਕਾਰ ਕਰਨਾ ਚਾਹੁੰਦੀ ਸੀ, ਪਰ ਸਾਡਾ ਮੋਰਚਾ ਉੱਠਿਆ ਨਹੀਂ। ਮੋਰਚਾ ਉਸ ਤੋਂ ਜ਼ਿਆਦਾ ਪੱਕੇ ਪੈਰੀ, ਰਿਵਾਈਵਲ ਬੜੀ ਜਲਦੀ ਹੋਈ ਹੈ। ਹੁਣ ਬੜੇ ਪੱਕੇ ਨਿਸ਼ਚੇ ਨਾਲ ਜਿਹੜੇ ਲੜਨ ਲਈ ਕਿਸਾਨ ਬੈਠੇ ਨੇ। ਸਾਨੂੰ ਕਿਸੇ ਕਿਸਮ ਦੀ ਕਰੋਨਾ ਦੀ ਆੜ ਦੇ ਵਿੱਚ ਸਰਕਾਰ ਐਡੇ ਵੱਡੇ ਵਰਲਡ ਲੈਵਲ ਦੇ ਮੋਰਚੇ ਨੂੰ ਫੇਲ ਨਹੀਂ ਕਰ ਸਕਦੀ। ਸਾਡੀ ਮੁਕੰਮਲ ਤਿਆਰੀ ਹੈ, ਇਹ ਵੀ ਸਰਕਾਰ ਦੇ ਕਦਮ ਨੂੰ ਡਿਫੀਟ ਕਰ ਦੇਵਾਂਗੇ। ਸਰ ਆਖਰੀ ਸਵਾਲ ਹੈ, ਇੱਕ ਅਪਡੇਟ ਜ਼ਰੂਰ ਦੇ ਦਿਓ ਕਿ ਤੁਸੀਂ ਲੀਗਲ ਸੈੱਲ ਦੇ ਕਨਵੀਨਰ ਵੀ ਹੋ, ਕਿ ਹੁਣ ਤੱਕ ਜਿੰਨੇ ਸਾਡੇ ਨੌਜਵਾਨ ਕਿਸਾਨ ਜਾਂ ਜਿਹੜੇ ਵੀ ਕਿਸਾਨ ਹੁਣ ਤੱਕ ਜੇਲ੍ਹਾਂ ਦੇ ਵਿੱਚ ਗਏ ਸੀ, ਉਹਨਾਂ ਦਾ ਅਪਡੇਟ ਕੀ ਹੈ? ਕਿ ਜੇਲ੍ਹਾਂ ਦੇ ਵਿੱਚ ਹੁਣ ਵੀ ਕੋਈ ਬੰਦ ਨੇ? ਕਿਸ ਤਰ੍ਹਾਂ ਦੇ ਨਾਲ ਕੰਮ ਕਰ ਰਿਹਾ ਹੁਣ ਲੀਗਲ ਸੈੱਲ? ਦੇਖੋ ਜੀ, ਐਸਾ ਵੀ 151 ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਸਨ। ਪਹਿਲਾਂ ਜਦੋਂ 26 ਨੂੰ ਘਟਨਾ ਹੋਈ 122 ਸਨ, ਉਸ ਤੋਂ ਬਾਅਦ ਕੁਝ ਹੋਰ ਫੜਿਆ 8 ਫਰਵਰੀ ਤੱਕ। ਪੰਜਾਬ ਦੇ ਜਿੰਨੇ ਸਨ, ਪੰਜਾਬ ਦੇ ਸਾਰਿਆਂ ਦੀ ਜ਼ਮਾਨਤ ਹੋ ਗਈ।
ਪੰਜਾਬ ਦਾ ਇੱਕ ਵੀ ਨਹੀਂ। ਹਰਿਆਣੇ ਦੇ 2 ਰਹਿੰਦੇ ਸਨ, ਦੋਵਾਂ ਦੀ ਬੇਲ ਐਪਲੀਕੇਸ਼ਨ ਲੱਗੀ ਹੋਈ ਹੈ। ਜ਼ਮਾਨਤ ਦਾ ਆਰਡਰ ਜਿਹੜਾ ਮੇਰਾ ਖਿਆਲ ਹੈ ਉਹ ਕੱਲ ਹੋ ਗਿਆ ਸੀ, ਮੈਂ ਹੁਣ ਕਨਫਰਮ ਕਰਨਾ, ਉਹ ਵੀ ਹੋ ਸਕਦਾ ਹੈ ਅੱਜ ਜਾਂ ਕੱਲ ਨੂੰ ਬਾਹਰ ਆ ਜਾਣਗੇ। ਤਾਂ ਇੱਕ ਕੱਲ ਬਾਹਰ ਆਇਆ ਸੀ, ਜਿਹੜੇ 2 ਸੀ ਹੋਰ, ਉਹਨਾਂ ਦੀ ਸ਼ਾਇਦ ਅੱਜ ਸੁਣਵਾਈ ਕਿ ਕੱਲ ਹੈ, ਮੈਂ ਅਜੇ ਕਨਫਰਮ ਨਹੀਂ ਕੀਤਾ, ਸਿਰਫ 2 ਹੀ ਨੇ ਬਾਕੀ। ਸੋ ਉਹਨਾਂ ਨੇ ਬਾਹਰ ਆ ਜਾਣਾ। ਜੇ ਇਹ ਬਾਹਰ ਆ ਕੇ ਨਾ ਹਰਿਆਣੇ ਦਾ ਨਾ ਪੰਜਾਬ ਦਾ ਕੋਈ ਜੇਲ੍ਹ ਦੇ ਵਿੱਚ ਨਹੀਂ, ਸਾਰੇ ਬਾਹਰ ਆ ਜਾਣਗੇ। ਇਹਦੇ ਲਈ ਬਹੁਤ ਵੱਡਾ ਮੈਂ ਕਹਾਂਗਾ ਵੀ ਸੰਯੁਕਤ ਮੋਰਚੇ ਦਾ ਵੀ, ਸਾਡੇ ਵਕੀਲਾਂ ਦਾ ਵੀ, ਸਾਡੀ ਵੀ ਜਿੰਨੀ ਡਿਊਟੀ ਲਾਇਸੈਂਸ ਵੀ ਨਿਭਾਈ ਉਹਦੇ ਵਿੱਚ, ਔਰ ਘਰਦਿਆਂ ਨੇ ਵੀ ਸਾਨੂੰ ਸਹਿਯੋਗ ਦਿੱਤਾ। ਜੇ ਉਹਨਾਂ ਦੇ ਘਰ ਦੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਸਹਿਮ ਫੈਲ ਜਾਂਦਾ, ਉਹ ਸਾਡੇ ਗਲ ਪੈਣਾ ਸ਼ੁਰੂ ਕਰ ਦਿੰਦੇ ਵੀ ਦੇਖੋ ਜੀ ਐਜੀਟੇਸ਼ਨ 'ਚ ਗਏ, ਸਾਡੇ ਜੇਲ੍ਹਾਂ 'ਚ ਬੈਠੇ ਨੇ, ਤੁਸੀਂ ਕੀਤਾ ਹੀ ਨਹੀਂ, ਸਾਡੇ ਖਿਲਾਫ ਉਹ ਤੁਰਦੇ। ਸਾਡੇ ਖਿਲਾਫ ਇੱਕ ਨਾ ਨਹੀਂ, ਸਾਰੇ ਪੇਰੈਂਟਸ ਨਾਲ ਕੋਆਪਰੇਟ ਕੀਤਾ। ਜੇਲ੍ਹਾਂ 'ਚੋਂ ਨੌਜਵਾਨ ਰਿਹਾ ਹੋ ਕੇ ਆਏ, ਅਸੀਂ ਇੱਥੇ ਵੀ ਉਹਨਾਂ ਦਾ ਧੰਨਵਾਦ ਕੀਤਾ ਬੁਲਾ ਕੇ, ਔਰ ਸਭ ਨੇ ਕਿਹਾ ਅਸੀਂ ਮੋਰਚਿਆਂ 'ਚ ਉਸ ਤਰ੍ਹਾਂ ਹੀ ਸ਼ਾਮਲ ਰਹਾਂਗੇ ਜਿਵੇਂ ਪਹਿਲਾਂ ਸੀ। ਇਹ ਲੜਾਈ ਉਸ ਤਰ੍ਹਾਂ ਹੀ ਲੜਾਂਗੇ ਜਿਵੇਂ ਅਸੀਂ ਸ਼ੁਰੂ ਕੀਤੀ ਸੀ, ਕਿਉਂਕਿ ਕੇਸ ਮੋਰਚਾ ਲੜਦੇ ਬਣੇ ਨੇ, ਇਸ ਲਈ ਮੋਰਚਾ ਜਿੱਤਣਾ ਹੀ ਸਾਡਾ ਧਰਮ ਹੈ। ਅਸੀਂ ਲੜਾਂਗੇ ਉਸ ਤਰ੍ਹਾਂ ਹੀ, ਖੇਤੀ ਕਾਨੂੰਨ ਰੱਦ ਕਰਾਵਾਂਗੇ। ਸੋ ਬਹੁਤ ਵੱਡੀ ਗੱਲ ਹੈ ਇਹ ਕਿ ਉਹਨਾਂ ਨੌਜਵਾਨਾਂ 'ਚ ਨਾ ਉਹਨਾਂ ਦਾ ਹੌਸਲਾ ਢਿਆ, ਬਲਕਿ ਉਹ ਕਹਿੰਦੇ ਜ਼ਿਆਦਾ ਅਸੀਂ ਉਤਸ਼ਾਹ ਨਾਲ ਬਹੁਤੇ ਤਕੜੇ ਹੋ ਕੇ ਲੀਡਰ ਬਣ ਕੇ ਬਾਹਰ ਆਏ ਹਾਂ ਅਸੀਂ। ਬਹੁਤ ਧੰਨਵਾਦ ਜੀ। ਤਾਂ ਇਹ ਸਨ ਪ੍ਰੇਮ ਸਿੰਘ ਭੰਗੂ। ਕਾਫੀ ਚਰਚਾ ਹੋਈ, ਕਈ ਵਿਸ਼ੇ ਸੀ ਜਿਨ੍ਹਾਂ ਤੇ ਗੱਲਬਾਤ ਕਰਨੀ ਬਣਦੀ ਸੀ, ਪਰ ਸਭ ਤੋਂ ਅਹਿਮ ਕਿ ਕਰੋਨਾ ਨੂੰ ਲੈ ਕੇ ਮੋਰਚੇ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਰਹਿਣਗੀਆਂ। ਪੰਜਾਬ ਦੇ ਵਿੱਚ ਲਾਕਡਾਊਨ ਵਰਗੀ ਸਥਿਤੀ ਬਣਾ ਦਿੱਤੀ ਗਈ। ਦਿੱਲੀ ਦੇ ਵਿੱਚ ਸਭ ਤੋਂ ਵੱਧ ਜਿਹੜੇ ਕੇਸ ਪਹਿਲਾਂ ਵੀ ਆਏ, ਤਾਂ ਇਸ ਵੇਲੇ ਵੀ ਕੁਝ ਸੰਭਾਵਨਾਵਾਂ ਨੇ। ਤੇ ਹਰਿਆਣਾ ਜਿੱਥੇ ਮੋਰਚਾ ਚੱਲ ਰਿਹਾ, ਉਹ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ। ਤਾਂ ਅਜਿਹੇ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਜਿਹਾ ਕੋਈ ਸੰਭਾਵਨਾਵਾਂ ਬਣਦੀਆਂ ਤਾਂ ਮੋਰਚਾ ਕਿਸ ਤਰੀਕੇ ਦੇ ਨਾਲ ਇਹਦਾ ਸਾਹਮਣਾ ਕਰੇਗਾ। ਤਾਂ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਅਸੀਂ ਤਿਆਰ ਹਾਂ, ਅਸੀਂ ਕਿਸੇ ਵੀ ਐਸੇ ਫਰਮਾਨ ਨੂੰ ਮੰਨਣ ਦੇ ਲਈ ਤਿਆਰ ਨਹੀਂ ਜੋ ਮੋਰਚੇ ਨੂੰ ਢਾਹ ਲਾਉਂਦਾ ਹੋਵੇ। ਕੈਮਰਾ ਪਰਸਨ ਗੁਰਸਿਮਰਨ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ, ਵਿਜ਼ਨ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।